ਸ਼ਲੋਕ ਮਹਿਲਾ ਪਹਿਲਾ। ਰਾਗ ਆਸਾ ਦਇਆ ਕਪਾ ਸੰਤੋਖ ਸੂਤ। ਜਤ ਗੰਢੀ ਸਤ ਵਟ ਇਹ ਜਿਨੂ ਜੀ ਕਾ ਹਈ ਤਾਂ ਭਾਂਡੇ ਘਤ। ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ। ਧਨ ਸੁਮਾਨਸ ਨਾਨਕਾ ਜੋ ਗਲ ਚੱਲੈ ਪਾਏ। ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ। ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਸ਼ਲੋਕ ਦੀ ਆਪਾਂ ਵਿਚਾਰ ਕੀਤੀ ਹੈ ਤੁਹਾਡੇ ਨਾਲ, ਇਹ ਸ਼ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ। ਇਸ ਸ਼ਲੋਕ ਦੇ ਰਾਹੀਂ ਗੁਰਦੇਵ ਜੀ ਨੇ ਬੜੀ ਹੀ ਕਮਾਲ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਇਤਿਹਾਸਕਾਰ ਲਿਖਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਦੋਂ 9.5 ਸਾਲ ਦੀ ਸੀ ਤੇ ਘਰ ਦਾ ਹੀ ਇੱਕ ਬਹੁਤ ਹੀ ਕਰੀਬੀ ਪੰਡਤ ਸੀ, ਪੰਡਤ ਹਰਦਿਆਲ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਵਾਸਤੇ ਰੀਤੀ ਰਿਵਾਜ ਦੇ ਨਾਂ ਤੇ ਉਹਨਾਂ ਨੂੰ ਦਾਵਤ ਦੇਣ ਗਿਆ ਵੀ ਤੁਹਾਨੂੰ ਤੁਹਾਡੀ ਜਨੇਊ ਦੀ ਰਸਮ ਜਿਹੜੀ ਹੈ ਉਹ ਆਪਾਂ ਕਰਨੀ ਹੈਗੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਜਦੋਂ ਇਹ ਦਿਨ ਮੁਕਰਰ ਕਰਨਾ ਕਰ ਲਓ ਤੇ ਆਪਾਂ ਤਿਆਰ ਹਾਂ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੂਰੀ ਤਿਆਰੀ ਕਰਕੇ ਗੁਰੂ ਨਾਨਕ ਸਾਹਿਬ ਦੇ ਸਾਖ ਸੰਬੰਧੀ ਅਗਲ ਬਗਲ ਦੇ ਸਾਰੇ ਲੋਕ ਇਕੱਠੇ ਹੋਏ, ਇਕੱਤਰ ਹੋਏ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਅੱਜ ਜਨੇਊ ਪਾਉਣ ਦੀ ਜਿਹੜੀ ਹੈ ਉਹ ਰਸਮ ਅਦਾ ਕੀਤੀ ਜਾਣੀ ਹੈ। ਤੇ ਦੁਨੀਆ ਦਾ ਕਾਫੀ ਲੋਕ ਜਿਹੜੇ ਉੱਥੇ ਇਕੱਠ ਵੇਖਣ ਨੂੰ ਮਿਲਿਆ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਉਹ ਪੰਡਤ ਜਿਹੜਾ ਹੈ ਹਰਦਿਆਲ, ਉਹ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਲੱਗਾ। ਤੇ ਜਿਵੇਂ ਹੀ ਜਨੇਊ ਪਾਉਣ ਲੱਗਿਆ ਤੇ ਗੁਰੂ ਨਾਨਕ ਸਾਹਿਬ ਨੇ ਉਹਦੀ ਬਾਂਹ ਫੜ ਲਈ ਤੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੇ ਵੀ ਪੰਡਤ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਇਹ ਜਨੇਊ ਕਿਸ ਕਾਰਨ ਪਾਇਆ ਜਾ ਰਿਹਾ ਮੇਰੇ ਗਲ ਦੇ ਵਿੱਚ। ਤੇ ਅੱਗਿਓਂ ਜਵਾਬ ਬੜਾ ਉਹਨਾਂ ਨੇ ਇਹੋ ਜਿਹਾ ਦਿੱਤਾ ਕਿ ਵੀ ਇਹਦੇ ਨਾਲ ਤੁਸੀਂ ਜਿਹੜਾ ਇਹ ਬਹੁਤ ਮਹਾਨ ਬਣਨਾ ਹੈ, ਤਾਂ ਕਰਕੇ ਤੁਹਾਡੇ ਗਲ ਦੇ ਵਿੱਚ ਇਹ ਜਨੇਊ ਪਾਇਆ ਜਾ ਰਿਹਾ। ਤੇ ਗੁਰੂ ਨਾਨਕ ਸਾਹਿਬ ਨੇ ਅੱਗੋਂ ਜਵਾਬ ਬੜਾ ਕਮਾਲ ਦਾ ਦਿੱਤਾ, ਬੜਾ ਬਿਹਤਰੀਨ ਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਉਸ ਪੰਡਤ ਨੂੰ ਦਿੱਤਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਮਹਾਨ ਹੀ ਤੂੰ ਬਣਾਉਣਾ ਹੈ ਤੇ ਸਭ ਤੋਂ ਪਹਿਲਾਂ ਮੇਰੀ ਮਾਂ ਨੂੰ ਇਹ ਜਨੇਊ ਪਾ ਜਿਹਦੇ ਕੁੱਖ ਤੋਂ ਮੇਰਾ ਜਨਮ ਹੋਇਆ। ਤੇ ਗੁਰੂ ਨਾਨਕ ਸਾਹਿਬ ਜੀ ਦਾ ਉਹ ਚਿਹਰਾ ਵੇਖਣ ਲੱਗ ਗਿਆ ਤੇ ਮੁੜ ਕੇ ਕਹਿੰਦਾ ਵੀ ਇਹ ਔਰਤਾਂ ਵਾਸਤੇ ਇਹ ਜਨੇਊ ਨਹੀਂ ਹੈਗਾ। ਸੁਣਿਓ ਹੁਣ ਧਿਆਨ ਨਾਲ ਗੱਲ, ਔਰਤਾਂ ਵਾਸਤੇ ਇਹ ਜਨੇਊ ਨਹੀਂ ਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਸ ਮਾਂ ਦੀ ਕੁੱਖ ਤੋਂ ਮੇਰਾ ਜਨਮ ਹੋਇਆ ਉਸ ਤੋਂ ਮਹਾਨ ਦੁਨੀਆ ਦੇ ਅੰਦਰ ਕੌਣ ਹੋ ਸਕਦਾ ਹੈ? ਉਸ ਤੋਂ ਮਹਾਨ ਅੰਦਰ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ ਹੋ ਸਕਦੀ। ਮੇਰੀ ਮਾਂ ਤੋਂ ਵੱਡਾ ਮਹਾਨ ਇਸ ਸੰਸਾਰ ਦੇ ਵਿੱਚ ਕੋਈ ਹੋ ਹੀ ਨਹੀਂ ਸਕਦਾ। ਤੇ ਜੇ ਪਾਉਣਾ ਹੀ ਜਨੇਊ ਤੇ ਸਭ ਤੋਂ ਪਹਿਲਾਂ ਮੇਰੀ ਮਾਂ ਨੂੰ ਪਾ। ਹੁਣ ਤੁਸੀਂ ਧਿਆਨ ਦਿਓ, ਅੱਜ ਜਿਹੜੇ ਵਿਰਸੇ ਨਾਲ ਅਸੀਂ ਜੁੜਨਾ ਸੀ ਉਸ ਵਿਰਸੇ ਨੂੰ ਆਪਾਂ ਦੂਰ ਕਰਕੇ ਪਤਾ ਨਹੀਂ ਕਿਹੜੇ ਕਿਹੜੇ ਤਿਉਹਾਰ ਮੜੇ ਬੈਠੇ ਆਪਣੇ ਉੱਤੇ ਜਿਹਦੇ ਨਾਲ ਸਾਡਾ ਕੋਈ ਲਾਭ ਵਾਸਤਾ ਨਹੀਂ। ਭਾਵੇਂ ਉਹ ਹੋਲੀ ਹੈ, ਭਾਵੇਂ ਉਹ ਦੀਵਾਲੀ ਹੈ, ਭਾਵੇਂ ਹੋਰ ਬੜੇ ਤਿਉਹਾਰ ਨੇ ਜਿਹਦਾ ਸਾਡਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ। ਇੱਦਾਂ ਦਾ ਇੱਕ ਤਿਉਹਾਰ ਜਿਹੜਾ ਤੁਹਾਡੇ ਸਾਹਮਣੇ ਆਉਣ ਲੱਗਾ ਬਹੁਤ ਹੀ ਜਲਦ, ਉਹਨੂੰ ਕਹਿੰਦੇ ਜੀ ਰੱਖੜੀ ਦਾ ਤਿਉਹਾਰ। ਇਹਦੇ ਨਾਲ ਜੀ ਇਹ ਭੈਣ ਭਰਾ ਦਾ ਪਿਆਰ ਹੁੰਦਾ ਹੈ। ਤੁਸੀਂ ਸੋਚੋ ਵੀ ਜਿਸ ਗੁਰੂ ਨਾਨਕ ਸਾਹਿਬ ਨੇ 9.5 ਸਾਲ ਦੀ ਆਰਜੂ ਦੇ ਵਿੱਚ ਜਨੇਊ ਦਾ ਖੰਡਨ ਕੀਤਾ ਹੋਵੇ, ਉਹਨਾਂ ਦੀ ਸਿੱਖੀ ਜਿਹੜੀ ਸਾਨੂੰ ਉਹ ਵਿਰਾਸਤ ਦੇ ਵਿੱਚ ਦੇ ਕੇ ਗਏ ਸਨ, ਕਿ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਇਹੋ ਜਿਹੀ ਹੋਏਗੀ, ਇੱਕ ਪਾਸੇ ਗੁਰੂ ਨਾਨਕ ਸਾਹਿਬ ਜਨੇਊ ਦਾ ਧਾਗੇ ਦਾ ਖੰਡਨ ਕਰਦੇ ਨੇ ਤੇ ਦੂਜੇ ਪਾਸੇ ਕੀ ਸਾਨੂੰ ਰੱਖੜੀ ਬਣਾਉਣ ਵਾਸਤੇ ਇਜਾਜ਼ਤ ਦੇਣਗੇ। ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰੱਖੜੀ ਬੰਨੀ ਹੈ। ਇੱਦਾਂ ਦੀ ਤਸਵੀਰਾਂ ਅੱਜ ਸਾਡੇ ਸਮਾਜ ਦੇ ਵਿੱਚ ਪੇਸ਼ ਕਰ ਦਿੱਤੀਆਂ ਗਈਆਂ। ਪਰ ਖਿਆਲ ਕਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 9.5 ਸਾਲ ਦੀ ਆਰਜੂ ਦੇ ਵਿੱਚ ਜਨੇਊ ਦਾ ਖੰਡਨ ਕੀਤਾ।
ਇੱਕ ਧਾਗੇ ਦਾ ਖੰਡਨ ਕੀਤਾ ਵੀ ਧਾਗਾ ਕਦੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਭਲਾ ਨਹੀਂ ਕਰ ਸਕਦਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਪਿਆਰੀ ਵਿਚਾਰ ਦਿੰਦੇ ਹੋਏ ਸਾਨੂੰ ਗੱਲ ਨੂੰ ਸਮਝਾਇਆ ਹੈ ਵੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹ ਜਨੂ ਜੀ ਕਾ ਹਈ ਤਾਂ ਭਾਂਡੇ ਕੱਤ। ਇਹਦੇ ਵਿੱਚ ਤੇਰੇ ਧਾਗੇ ਦੇ ਵਿੱਚ ਧਰਮ ਨਾਂ ਦੀ ਚੀਜ਼ ਹੈ, ਦਇਆ ਨਾਂ ਦੀ ਚੀਜ਼ ਹੈ। ਜੇ ਇਹ ਚੀਜ਼ਾਂ ਤੇਰੇ ਇਸ ਜਨੂ ਦੇ ਵਿੱਚ ਹੈ ਨੇ ਤੇ ਬੇਸ਼ੱਕ ਮੇਰੇ ਗੱਲ ਦੇ ਵਿੱਚ ਪਾ ਦੇ, ਪਰ ਸੋਚ ਕੇ ਵਿਚਾਰ ਕੇ ਇਹ ਗੱਲ ਦੱਸੀ। ਸੋ ਇਹੀ ਚੀਜ਼ ਅੱਜ ਵੇਖੋ ਬੇਬੇ ਨਾਨਕੀ ਦੇ ਨਾਂ ਤੇ ਇਹ ਗੱਲ ਜਿਹੜੀ ਮੜੀ ਗਈ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਬੇਬੇ ਨਾਨਕੀ ਕੋਲ ਰੱਖੜੀ ਬਣਵਾਈ। ਤੇ ਸਿੱਖੋ ਸੋਚ ਕੇ ਵਿਚਾਰ ਕੇ ਤੁਸੀਂ ਆਪਣੇ ਦਿਮਾਗ ਦੇ ਅੰਦਰ ਇਹ ਗੱਲ ਨੂੰ ਵਾਚਣ ਦਾ ਯਤਨ ਕਰੋ ਕਿ ਜਿਸ ਗੁਰੂ ਨਾਨਕ ਸਾਹਿਬ ਨੇ ਇੱਕ ਸਮੇਂ ਵਿੱਚ ਜਨੇਊ ਦਾ ਖੰਡਨ ਕੀਤਾ ਹੋਵੇ ਉਹ ਕਦੀ ਜ਼ਿੰਦਗੀ ਦੇ ਵਿੱਚ ਧਾਗੇ ਦਾ ਸਮਰਥਨ ਨਹੀਂ ਕਰੇਗਾ, ਤਵੀਤਾ ਦਾ ਸਮਰਥਨ ਨਹੀਂ ਕਰੇਗਾ। ਇਹ ਸਾਲ ਬਾਅਦ ਸਾਨੂੰ ਦੱਸਣਾ ਪੈਂਦਾ ਹੈ ਕਿ ਮੇਰੀ ਭੈਣ ਨਾਲ ਮੇਰਾ ਕਿੰਨਾ ਪਿਆਰ ਹੈ। ਤੁਸੀਂ ਵੇਖੋ ਡਰਾਈਵਿੰਗ ਲਾਇਸੈਂਸ ਹੁੰਦਾ ਹੈ ਨਾ, ਉਹਨੂੰ ਵੀ ਰੀਨਿਊ ਕਰਾਉਣਾ ਪੈਂਦਾ ਹੈ। ਤੁਹਾਡਾ ਪਾਸਪੋਰਟ ਹੋਵੇ, ਡਰਾਈਵਿੰਗ ਲਾਇਸੈਂਸ ਹੋਵੇ, ਉਹਨੂੰ ਰੀਨਿਊ ਕਰਾਉਣਾ ਪੈਂਦਾ ਸਾਲ ਬਾਅਦ। ਕਿ ਭੈਣ ਭਰਾ ਦਾ ਪਿਆਰ ਵੀ ਐਸਾ ਹੈ ਕਿ ਜਿਹਨੂੰ ਸਾਲ ਤੋਂ ਬਾਅਦ ਰੀਨਿਊ ਕਰਾਉਣਾ ਪੈਂਦਾ ਹੋਵੇ। ਫਿਰ ਇਹ ਜਿਹੜੀ ਰੱਖੜੀ ਹੈ, ਇਹ ਰੱਖੜੀ ਜਿਹੜੀ ਹੈ ਇਹ ਲਾਲਚ ਦੇ ਬਸ ਦੇ ਉੱਤੇ ਆ ਕੇ ਖਲੋਤੀ ਹੋਈ ਹੈ, ਸਿਰਫ ਇੱਕ ਲਾਲਚ ਪਿੱਛੋਂ। ਤੁਸੀਂ ਸੋਚ ਕੇ ਵੇਖੋ ਵੀ ਭੈਣ ਇੰਤਜ਼ਾਰ ਕਰਦੀ ਹੈ ਵੀ ਮੇਰਾ ਭਰਾ ਜਿਹੜਾ ਆਵੇਗਾ ਰੱਖੜੀ ਮੇਰੇ ਤੋਂ ਬਣਾਵੇਗਾ ਤੇ ਮੈਂ ਉਹਦੇ ਕੋਲ ਤਗੜਾ ਗਿਫਟ ਲਵਾਂਗੀ ਜਾਂ ਪੈਸਾ ਲਵਾਂਗੀ। ਇੱਕ ਲਾਲਚ ਦੇ ਪਿੱਛੇ ਇਹ ਖਲੋਤਾ ਹੋਇਆ ਹੈ। ਵੈਸੇ ਸਾਰੀ ਜ਼ਿੰਦਗੀ 365 ਦਿਨ ਸਾਲ ਤੇ ਹੁੰਦੇ ਨੇ ਕਿ 364 ਦਿਨ ਭੈਣ ਭਰਾ ਦਾ ਰਿਸ਼ਤਾ ਜਿਹੜਾ ਉਹ ਪੱਕਾ ਨਹੀਂ ਹੁੰਦਾ। ਇਹ ਦਿਖਾਵਾ ਕਰਕੇ ਸਾਨੂੰ ਇਹ ਦਿਖਾਣਾ ਜ਼ਰੂਰੀ ਹੈ ਕਿ ਸਿੱਖ ਜਿਹੜਾ ਹੈ ਉਹ ਆਪਣੀ ਭੈਣ ਨਾਲ ਪਿਆਰ ਤਾਂ ਕਰਦਾ ਹੈ ਜੇ ਉਹਦੀ ਗੁੱਟ ਦੇ ਵਿੱਚ ਭੈਣ ਉਹਦੇ ਰੱਖੜੀ ਬੰਨੇ। ਅੱਛਾ, ਉਸ ਤੋਂ ਬਾਅਦ ਇੱਕ ਗੱਲ ਹੋਰ ਤੁਸੀਂ ਸਰਵਣ ਕਰਿਓ, ਦਿਮਾਗ 'ਚ ਇੱਕ ਗੱਲ ਹੋਰ ਪਾਇਓ। ਇੱਕ ਗੱਲ ਹੋਰ ਪ੍ਰਚਾਲੀ ਜਾਂਦੀ ਹੈ ਵੀ ਭੈਣ ਭਰਾ ਨੂੰ ਰੱਖੜੀ ਤਾਂ ਬੰਨ੍ਹਦੀ ਹੈ ਕਿ ਜਦੋਂ ਵੀ ਬਿਪਤਾ ਪਵੇ ਭੈਣ ਨੂੰ ਉਹਦਾ ਭਰਾ ਉਹਦੀ ਰੱਖਿਆ ਕਰ ਸਕੇ। ਹੁਣ ਤੁਸੀਂ ਦਿਮਾਗ ਨਾਲ ਇੱਕ ਗੱਲ ਨੂੰ ਸੋਚਿਓ, ਗੁਰਮਤ ਕਿੱਥੇ ਖਲੋਤੀ ਹੋਈ ਹੈ ਤੇ ਮਨਮਤ ਕਿੱਥੇ ਖਲੋਤੀ ਹੈ। ਸਾਡੇ ਦਿਮਾਗ 'ਚ ਕਿੱਦਾਂ ਇਹ ਚੀਜ਼ਾਂ ਪਾਈਆਂ ਜਾ ਰਹੀਆਂ ਨੇ। ਇਹ ਸਾਜ਼ਿਸ਼ ਨੂੰ ਸਮਝੋ। ਅੱਜ ਗੁਰੂ ਨਾਨਕ ਸਾਹਿਬ ਜੀ ਦੀ ਉਸ ਤਸਵੀਰ ਨੂੰ ਬਣਾਉਣ ਦੇ ਪਿੱਛੇ ਇੱਕ ਸਾਜ਼ਿਸ਼ ਸੀ ਕਿ ਸਿੱਖ ਵੀ ਜਿਹੜਾ ਹੈ ਉਹ ਕਿਤੇ ਵੱਖਰਾ ਨਹੀਂ ਹੈਗਾ, ਉਹ ਵੀ ਇੱਕ ਹਿੰਦੂ ਦੀ ਹੀ ਸ਼ਾਖਾ ਹੈਗੀ ਹੈ। ਇਸ ਕਰਕੇ ਇਹ ਤਿਉਹਾਰ ਸਾਡੇ ਵਿੱਚ ਮੜ ਦਿੱਤੇ ਗਏ। ਹੁਣ ਤੁਸੀਂ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਉਹਨੂੰ ਧਿਆਨ ਦਿਓ ਵੀ ਕਹਿੰਦੇ ਵੀ ਭੈਣ ਰੱਖੜੀ ਗੁੱਟ ਦੇ ਵਿੱਚ ਤਾਂ ਬਣਦੀ ਹੈ ਕਿ ਭਰਾ ਉਹਦੀ ਰੱਖਿਆ ਕਰੇਗਾ। ਹੁਣ ਸੁਣਿਓ, ਮੰਨ ਲਓ ਭੈਣ ਕਿਸੇ ਦੀ ਵੱਡੀ ਅਫਸਰ ਹੋਵੇ ਜਾਂ SSP ਹੋਵੇ ਜਾਂ DC ਲੱਗੀ ਹੋਵੇ, ਭਰਾ ਉਹਦਾ ਬਹੁਤੇ ਵੱਡੇ ਅਹੁਦੇ ਦੇ ਵਿੱਚ ਨਾ ਹੋਵੇ ਜਾਂ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਹੋਵੇ, ਇੱਕ SP ਜਾਂ SSP ਭੈਣ ਹੋਵੇ, ਉਹ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਕੇ ਇਹ ਗੱਲ ਕਹੇਗੀ ਵੀ ਤੂੰ ਮੇਰੀ ਰੱਖਿਆ ਕਰਨੀ ਹੈ। ਜਿਹੜੀ ਪੂਰੇ ਜ਼ਿਲ੍ਹੇ ਦੀ ਰੱਖਿਆ ਕਰਦੀ ਹੈ ਆਪਣੇ ਉੱਤੇ, ਉਹਨੂੰ ਭਰਾ ਕੋਲੋਂ ਰੱਖੜੀ ਬਣਵਾ ਕੇ ਇਹ ਸਾਬਤ ਕਰਨ ਦੀ ਲੋੜ ਹੈ ਕਿ ਮੇਰਾ ਭਰਾ ਮੈਨੂੰ ਰੱਖੜੀ ਬੰਨੇਗਾ। ਤੇ ਉਹ ਤੂੰ ਕਿੰਨੀ ਕਮਲੀ ਵਾਲੀ ਗੱਲ ਹੈ ਵੀ ਭੈਣ ਜਿਹੜੀ ਹੈ SSP ਹੋਵੇ, ਉਹ ਭਰਾ ਕੋਲ ਜਾ ਕੇ ਭਰਾ ਨੂੰ ਕਹੇ ਮੈਂ ਤੇਰੀ ਗੁੱਟ ਤੇ ਰੱਖੜੀ ਬੰਨੀ, ਤੂੰ ਮੇਰੀ ਰੱਖਿਆ ਕਰ। ਹੁਣ ਸੋਚੋ ਕਿਸੇ ਦੀ ਭੈਣ ਬਾਹਰ ਕੰਟਰੀ ਹੋਵੇ, ਅਮਰੀਕਾ ਬੈਠੀ ਹੋਵੇ ਤੇ ਭਰਾ ਇੰਡੀਆ ਵਿੱਚ ਬੈਠਾ ਹੋਵੇ, ਕਿੱਦਾਂ ਉਹਦੀ ਰੱਖਿਆ ਕਰ ਸਕਦਾ। ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ, ਹੁਣ ਵੇਖੋ 3 ਰੂਪਾਂ ਦੇ ਵਿੱਚ ਜਿਹੜੀ ਹੈ ਸਾਡੀਆਂ ਸਤਿਕਾਰਯੋਗ ਭੈਣਾਂ ਆਪਣੀ ਜ਼ਿੰਦਗੀ ਦੇ ਵਿੱਚ ਮਾਣਦੀਆਂ ਨੇ। ਕਿਹੜਾ ਰੂਪ ਹੈ ਜੀ? ਇੱਕ ਬਚਪਨ ਦਾ ਰੂਪ ਹੈ ਭੈਣਾਂ ਦਾ। ਜਦੋਂ ਬਚਪਨ ਦੇ ਵਿੱਚ ਹੁੰਦੀਆਂ ਨੇ ਤੇ ਉਹਦੀ ਰੱਖਿਆ ਮਾਂ-ਬਾਪ ਕਰਦਾ ਹੈ। ਸੁਣਿਓ ਧਿਆਨ ਨਾਲ। ਜਦੋਂ ਉਹ ਜਵਾਨੀ ਦੇ ਵਿੱਚ ਹੁੰਦੀ ਹੈ ਤੇ ਭਰਾ ਉਹਦੀ ਰੱਖਿਆ ਕਰਦਾ ਹੈ। ਜਦੋਂ ਵੀ ਮਾਰਕੀਟ ਦੇ ਵਿੱਚ ਜਾਣਾ, ਕਿੱਥੇ ਵੀ ਜਾਣਾ, ਭਰਾ ਨੇ ਨਾਲ ਜਾਣਾ। ਤੇ ਜਦੋਂ ਭੈਣ ਦੀ ਜਦੋਂ ਸ਼ਾਦੀ ਹੋ ਜਾਂਦੀ ਹੈ, ਆਨੰਦ ਕਾਰਜ ਹੋ ਜਾਂਦਾ ਹੈ, ਫਿਰ ਰੱਖਿਆ ਕੌਣ ਕਰਦਾ ਹੈ? ਭਰਾ ਉਹਦਾ। ਰੱਖਿਆ ਉਸ ਵੇਲੇ ਉਹਦਾ ਪਤੀ ਕਰਦਾ ਹੈ। ਹੁਣ ਸੋਚ ਕੇ ਵੇਖਿਓ, ਜੇ ਰਕਸ਼ਾ ਬੰਧਨ ਨਾਲ, ਜੇ ਇੱਕ ਰੱਖੜੀ ਨਾਲ ਹੀ ਰੱਖਿਆ ਕਰਨੀ ਹੋਵੇ ਤੇ ਇਹ ਗੱਲ ਉਸ ਹਸਬੈਂਡ ਦੇ ਅੰਦਰ ਵੀ ਢੁਕਦੀ ਹੈ ਨਾ। ਉਹ ਸਤਿਕਾਰਯੋਗ ਭੈਣ ਮੇਰੀ ਆਪਣੇ ਘਰ ਵਾਲੇ ਨੂੰ ਵੀ ਕਹੂਗੀ ਮੈਂ ਤੈਨੂੰ ਰੱਖੜੀ ਬੰਨ੍ਹਣੀ ਹੈ, ਤੂੰ ਸਾਰੀ ਉਮਰ ਮੇਰੀ ਰੱਖਿਆ ਕਰਨੀ ਹੈ। ਸੋਚ ਕੇ ਵੇਖੋ, ਇਹ ਸਿਰਫ ਇੱਕ ਦਿਖਾਵਾ ਜਿਹੜਾ ਹੈ ਸਾਡੇ ਸਮਾਜ ਦੇ ਵਿੱਚ ਪੈਦਾ ਕਰ ਦਿੱਤਾ ਗਿਆ ਹੈ। ਸਾਡੇ ਦਿਮਾਗ ਦੇ ਵਿੱਚ ਇਦਾਂ ਦੀਆਂ ਫੁਰਨਾਂ ਪਾ ਦਿੱਤੀਆਂ ਗਈਆਂ ਨੇ। ਸਿੱਖ ਜਿਹੜਾ ਹੈ ਉਹ ਵੀ ਕਰਮਕਾਂਡੀ ਹੈਗਾ। ਮੈਂ ਇਤਿਹਾਸ ਦਾ ਇੱਕ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਜਿਹਦੇ ਨਾਲ ਹੋ ਸਕਦਾ ਹੈ ਸਾਡੀ ਜਿਹੜੀ ਅੰਦਰ ਦੀ ਜਿਹੜੀ ਆਤਮਾ, ਮਰੀ ਹੋਈ ਆਤਮਾ ਸ਼ਾਇਦ ਜਿੰਦੀ ਹੋ ਸਕੇ। ਵੈਸੇ ਤੇ ਇਤਿਹਾਸ ਦੇ ਇੱਕ ਜਿਹੜੇ ਪੱਖ ਲਿਖੇ ਗਏ ਨੇ ਉਹ ਸੋਚਣ ਤੇ ਵਿਚਾਰਨ ਵਾਸਤੇ ਸਾਨੂੰ ਮਜਬੂਰ ਕਰ ਦਿੰਦੇ ਨੇ ਵੀ ਕਿੰਨਾ ਸੋਹਣਾ ਤੇ ਕਿੰਨਾ ਆਜ਼ਾਦੀ ਵਾਲਾ ਸਾਡਾ ਇਤਿਹਾਸ ਸੀ, ਜਿਹਨੂੰ ਅੱਜ ਸਾਡਾ ਸਰੂਪ ਤੇ ਬਹੁਤ ਸੋਹਣਾ ਬਣਾਇਆ ਹੋਇਆ ਅਸੀਂ ਬਾਹਰੋਂ ਤੇ ਇਉਂ ਦਿਖਦੇ ਹਾਂ ਵੀ ਅਸੀਂ ਗੁਰੂ ਨਾਨਕ ਦੇ ਪੱਕੇ ਸਿੱਖ ਹਾਂ,
ਪਰ ਅੰਦਰੋਂ ਕਿਤੇ ਨਾ ਕਿਤੇ ਸਾਡੀ ਬਿਰਤੀ ਜਿਹੜੀ ਉਹ ਮਰੀ ਹੋਈ ਹੈ। ਸੋ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਸਾਂ, ਇਤਿਹਾਸ ਦਾ ਇੱਕ ਪੱਖ ਤੁਹਾਡੇ ਨਾਲ ਰੱਖਣਾ ਚਾਹੁੰਦਾ। ਮੇਰਠ ਦੇ ਇਲਾਕੇ ਦੇ ਵਿੱਚ ਹਰੀ ਸਿੰਘ ਨਾਂ ਦਾ ਇੱਕ ਸਿੰਘ ਹੈ, ਜਿਹੜਾ ਉੱਥੇ ਉਹਨਾਂ ਦੀਆਂ ਮਿਸਲਾਂ ਠਹਿਰੀਆਂ ਹੋਈਆਂ ਸਨ, ਤੇ ਹਿੰਦੂ ਔਰਤਾਂ, ਬ੍ਰਾਹਮਣ ਔਰਤਾਂ ਜਾ ਕੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਵੀ ਹਰੀ ਸਿਆਂ, ਸਾਡੇ ਬੱਚੀ ਨੂੰ ਇੱਥੇ ਦੇ ਹਮਲਾਵਰ ਚੁੱਕ ਕੇ ਲੈ ਗਏ ਨੇ, ਤੁਹਾਡੇ ਅੱਗੇ ਬੇਨਤੀ ਕਰਦੇ ਉਹਨਾਂ ਨੂੰ ਛੁਡਾ ਕੇ ਲੈ ਕੇ ਆ। ਹੁਣ ਸੋਚ ਕੇ ਵੇਖੋ, ਉਹਨਾਂ ਔਰਤਾਂ ਨੇ ਆਪਣੇ ਭਰਾ ਦੇ ਗੁੱਟ ਦੇ ਵਿੱਚ ਰੱਖੜੀ ਜ਼ਰੂਰ ਬੰਨੀ ਹੋਣੀ ਹੈ, ਪਰ ਉਹਨਾਂ ਜਿਨ੍ਹਾਂ ਨੇ ਰੱਖੜੀਆਂ ਬਣਵਾਈਆਂ ਸਨ ਉਹ ਆਪ ਆਪਣੀਆਂ ਭੈਣਾਂ ਦੇ ਡੋਲੇ ਉਹਨਾਂ ਦੇ ਹੱਥ ਛੱਡ ਕੇ ਆਏ ਸਨ, ਪਰ ਜਿਨ੍ਹਾਂ ਨੇ ਰੱਖੜੀਆਂ ਨਹੀਂ ਸੀ ਬਣਵਾਈਆਂ ਉਹ ਜਾ ਕੇ ਉਹਨਾਂ ਦੀ ਇੱਜ਼ਤ ਪੱਤ ਬਚਾਉਂਦੇ ਨੇ। ਹਰੀ ਸਿੰਘ ਜਾਂਦਾ ਹੈ ਤੇ ਉਹਨਾਂ ਭੈਣਾਂ, ਹਿੰਦੂ ਭੈਣਾਂ ਨੂੰ ਬਚਾ ਕੇ ਲੈ ਕੇ ਜਦੋਂ ਆਉਂਦਾ ਹੈ ਤੇ ਉੱਥੇ ਕੁਝ ਬ੍ਰਾਹਮਣ ਜਿਹੜੇ ਨੇ ਉਹਨੂੰ ਘੇਰ ਲੈਂਦੇ ਨੇ ਹਰੀ ਸਿੰਘ ਨੂੰ, ਤੇ ਹਰੀ ਸਿੰਘ ਨੂੰ ਕਹਿੰਦੇ ਨੇ ਜੀ ਇਹ ਅਪਵਿੱਤਰ ਹੋ ਗਈਆਂ ਨੇ, ਉਹਨਾਂ ਦੇ ਮਾਂ-ਬਾਪ ਦੇ ਸਾਹਮਣੇ ਇਹ ਅਪਵਿੱਤਰ ਹੋ ਗਈਆਂ ਨੇ, ਇਹ ਤੁਰਕਾਂ ਕੋਲ ਰਹਿ ਕੇ ਆਈਆਂ ਨੇ, ਇਹ ਹੁਣ ਆਪਣੇ ਘਰ ਜੋਗੀਆਂ ਰਹਿਣ ਵਾਸਤੇ ਨਹੀਂ ਰਹੀਆਂ, ਇਹਨਾਂ ਦੀਆਂ ਅਗਨੀ ਪ੍ਰੀਖਿਆ ਹੋਵੇਗੀ, ਜੇ ਇਹ ਅਗਨੀ ਪ੍ਰੀਖਿਆ ਤੋਂ ਪਾਸ ਕਰ ਗਈਆਂ ਫਿਰ ਇਹ ਆਪਣੇ ਘਰੀ ਜਾਣ ਜੋਗੀਆਂ ਰਹਿ ਜਾਣਗੀਆਂ, ਲੇਕਿਨ ਅਜੇ ਇਹ ਜਿਸ ਜਗ੍ਹਾ ਤੋਂ ਰਹਿ ਕੇ ਆਈਆਂ ਨੇ ਇਹਨਾਂ ਦਾ ਰਹਿਣਾ ਜਿਹੜਾ ਹੈ ਉਹ ਸਾਡੇ ਮੁਤਾਬਕ ਇਹ ਰਹਿ ਨਹੀਂ ਸਕਦੀਆਂ। ਹੁਣ ਸੋਚ ਕੇ ਵੇਖੋ, ਹਰੀ ਸਿੰਘ ਕਹਿੰਦਾ ਵੀ ਕਿੱਦਾਂ ਦਾ ਤੁਸੀਂ ਇਹਨਾਂ ਦਾ ਇੰਟਰਵਿਊ ਕਰਨਾ ਹੈ, ਜਾਂ ਕਿੱਦਾਂ ਦਾ ਇਹਨਾਂ ਦੀ ਪ੍ਰੀਖਿਆ ਲੈਣੀ ਹੈ, ਕਿੱਦਾਂ ਦਾ ਇਹਨਾਂ ਐਗਜ਼ਾਮੀਨੇਸ਼ਨ ਲੈਣਾ ਹੈ। ਤੇ ਉਹਨਾਂ ਨੇ ਪੰਡਤ ਨੇ ਦੱਸਿਆ, ਬ੍ਰਾਹਮਣਾਂ ਨੇ ਦੱਸਿਆ ਵੀ ਇੱਕ ਦਰਖਤ ਮੰਗਾਇਆ ਜਾਏਗਾ, ਉਹ ਦਰਖਤ ਸੁੱਕਾ ਹੋਵੇਗਾ, ਉਹ ਦਰਖਤ ਦੇ ਲਾਗੇ ਇਹਨਾਂ ਨੂੰ ਖੜਾ ਕਰ ਦਿੱਤਾ ਜਾਵੇਗਾ ਤੇ ਲਾਗੇ ਪੂਰੀ ਅੱਗ ਬਾਲ ਦਿੱਤੀ ਜਾਵੇਗੀ, ਤੇ ਜਿਹੜੀ ਭੈਣ ਕੁੱਦ ਕੇ ਇਸ ਬੰਨੇ ਆ ਜਾਏਗੀ ਉਹ ਪਵਿੱਤਰ ਹੋ ਜਾਏਗੀ। ਤੇ ਹਰੀ ਸਿੰਘ ਕਹਿਣ ਲੱਗਾ, ਆਪਣੀ ਸਲਾਹ ਕਰਨ ਲੱਗਿਆ, ਆਪਣੇ ਵੀਰਾਂ ਨਾਲ, ਸਤਿਕਾਰਯੋਗ ਮਰਜੀਵੜਿਆਂ ਨਾਲ ਗੱਲਬਾਤ ਕਰਨ ਲੱਗ ਗਿਆ, ਤੇ ਉਹ ਕਹਿੰਦਾ ਜੀ ਤੁਸੀਂ ਜੇ ਪ੍ਰੀਖਿਆ ਲੈਣੀ ਹੈ ਤੇ ਮੈਂ ਵੀ ਇੱਕ ਪ੍ਰੀਖਿਆ ਲਵਾਂਗਾ, ਕਿਉਂਕਿ ਜਿਹੜਾ ਉਹਨਾਂ ਭੈਣਾਂ ਦੀ ਪ੍ਰੀਖਿਆ ਲਏਗਾ ਪਹਿਲਾਂ ਉਹ ਸਿੱਖਾਂ ਦੇ ਇਸ ਐਗਜ਼ਾਮ ਦੇ ਵਿੱਚੋਂ ਪਾਸ ਹੋ ਕੇ ਵਿਖਾਵੇ, ਫਿਰ ਜਿਹਦਾ ਮਰਜ਼ੀ ਮੇਰੀ ਸਤਿਕਾਰਯੋਗ ਭੈਣ ਦਾ ਉਹ ਐਗਜ਼ਾਮ ਲੈ ਲਵੇ। ਹਰੀ ਸਿੰਘ ਕਹਿੰਦਾ ਆਪਸ ਦੇ ਵਿੱਚ ਉਹ ਬ੍ਰਾਹਮਣ ਜਿਹੜੇ ਨੇ ਉਹ ਸਲਾਹ ਕਰਦੇ ਨੇ ਵੀ ਪਤਾ ਨਹੀਂ ਇਹ ਕਿੰਨੇ ਕਰਨਾ ਕੀ ਹੈਗਾ, ਇਹਦੇ ਕੋਲ ਸਲਾਹ ਤੇ ਕਰ ਲਓ, ਕਿਤੇ ਭਾਣਾ ਬਹੁਤਾ ਜ਼ਿਆਦਾ ਨਾ ਵਰਤਾ ਦੇਣ। ਕਹਿੰਦੇ ਨਹੀਂ ਕਰਨਾ ਕੀ ਹੈ ਜੀ, ਕੋਈ ਸਵਾਲ ਜਵਾਬ ਪੁੱਛੇਗਾ ਤੇ ਅਸੀਂ ਉਹਦਾ ਜਵਾਬ ਦੇ ਦੇਣਾ। ਕਹਿੰਦੇ ਜੀ ਕੋਈ ਗੱਲ ਨਹੀਂ, ਤੁਹਾਡੀ ਸ਼ਰਤ ਸਾਨੂੰ ਮਨਜ਼ੂਰ ਹੈ। ਹਰੀ ਸਿੰਘ ਆਪਣੇ ਗੁੱਟ ਤੋਂ ਇੱਥੋਂ ਕਿਰਪਾਨ ਕੱਢਦੇ ਨੇ, ਕਿਰਪਾਨ ਕੱਢ ਕੇ ਉਹ ਸਾਹਮਣੇ ਰੱਖਦੇ ਨੇ, ਤੇ ਇੱਕ ਬ੍ਰਾਹਮਣ ਕਹਿੰਦਾ ਵੀ ਭਾਈ ਇਹਨੇ ਤੇ ਸ਼ਸਤਰ ਹੱਥ ਤੇ ਚੁੱਕਣੇ ਨੇ, ਵੇਖੋ ਕਿਤੇ ਕਾਰਾ ਦੂਜਾ ਹੀ ਨਾ ਕਰ ਜਾਵੇ। ਤੇ ਅੱਗੋਂ ਇੱਕ ਬ੍ਰਾਹਮਣ ਕਹਿੰਦਾ ਜੀ ਕੋਈ ਗੱਲ ਨਹੀਂ ਅਸੀਂ ਪੁੱਛ ਲੈਂਦੇ ਹਾਂ। ਤੇ ਬ੍ਰਾਹਮਣ ਉਹਨੂੰ ਕਹਿੰਦਾ ਵੀ ਹਰੀ ਸਿੰਘ ਨੂੰ, ਹਰੀ ਸਿਆਂ ਵੀ ਇਹ ਤੂੰ ਕਿਰਪਾਨ ਕੱਢੀ ਹੈ ਕਿਸ ਵਾਸਤੇ ਕੱਢੀ ਹੈ? ਕਹਿੰਦੇ ਆਪਣੀ ਧੌਣਾ ਦੇ ਵਿੱਚ ਹੱਥ ਰੱਖ ਲਵੋ, ਤੇ ਜਿਹੜਾ ਮੇਰੀ ਇਸ ਕਿਰਪਾਨ ਦੀ ਵਾਰ ਦੇ ਵਿੱਚੋਂ ਬਚ ਜਾਵੇਗਾ ਉਹ ਇਹ ਬੱਚੀਆਂ ਦਾ ਐਗਜ਼ਾਮੀਨੇਸ਼ਨ ਲੈ ਲੇਗਾ, ਉਹ ਇਸ ਬੱਚੀਆਂ ਦਾ ਇਮਤਿਹਾਨ ਲੈ ਲਵੇਗਾ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਮੈਨੂੰ, ਹਰੀ ਸਿੰਘ ਕਹਿਣ ਲੱਗਾ। ਤੇ ਜਦੋਂ ਬ੍ਰਾਹਮਣਾਂ ਨੇ ਇਹ ਗੱਲ ਸੁਣੀ ਤੇ ਲਲਕਾਰ ਕੇ ਇਹ ਗੱਲ ਕਹੀ, ਹਰੀ ਸਿਆਂ ਅਸੀਂ ਹੱਥ ਜੋੜ ਕੇ ਤੇਰੇ ਤੋਂ ਮਾਫੀ ਮੰਗਦੇ ਹਾਂ, ਸਾਰੀਆਂ ਹੀ ਸਤਿਕਾਰਯੋਗ ਭੈਣਾਂ ਜਿਹੜੀਆਂ ਨੇ ਉਹ ਪਵਿੱਤਰ ਨੇ, ਤੂੰ ਐਗਜ਼ਾਮ ਸਾਡਾ ਨਾ ਲੈ, ਅਗਨੀ ਪ੍ਰੀਖਿਆ ਤੂੰ ਨਾ ਲੈ। ਸੋਚੋ ਉਸ ਵੇਲੇ 4-5 ਬ੍ਰਾਹਮਣਾਂ ਨੇ ਧੋਤੀ ਆਪਣੀ ਗਿੱਲੀ ਕਰ ਦਿੱਤੀ ਸੀ, ਸਿਰਫ ਹਰੀ ਸਿੰਘ ਦੇ ਇੰਨੀ ਗੱਲ ਕਹਿਣ ਦੀ ਦੇਰ ਸੀ ਵੀ ਇਹ ਕਿਰਪਾਨ ਤੋਂ ਵਾਰ ਤੋਂ ਜਿਹੜਾ ਬ੍ਰਾਹਮਣ ਬਚ ਜਾਵੇਗਾ ਉਹ ਇਹਨਾਂ ਦੀਆਂ ਅਗਨੀਆਂ ਪ੍ਰੀਖਿਆ ਲੈ ਸਕਦਾ। ਹੁਣ ਸੋਚ ਕੇ ਤੁਸੀਂ ਵੇਖੋ, ਉਹਨਾਂ ਭੈਣਾਂ ਨੇ ਜਿਨ੍ਹਾਂ ਭਰਾਵਾਂ ਨੂੰ ਰੱਖੜੀ ਬੰਨੀ ਸੀ, ਉਹ ਭਰਾ ਆਪਣੇ ਡੋਲੇ ਭੈਣ ਦੇ, ਸਕੀ ਭੈਣ ਦੇ ਡੋਲੇ ਖੁਦ ਹਮਲਾਵਰ ਕੋਲ ਜਾ ਕੇ ਛੱਡ ਆਉਂਦੇ ਸਨ, ਪਰ ਸਿੱਖ ਮਰਜੀਵੜੇ ਬਿਨਾਂ ਰੱਖੜੀ ਬਣਾਏ ਉਹਨਾਂ ਭੈਣਾਂ ਦੀਆਂ ਇੱਜ਼ਤ ਪੱਤ ਬਚਾ ਕੇ ਇਸ ਭਾਰਤ ਦੇਸ਼ ਦੇ ਵਿੱਚ ਸੁਰੱਖਿਅਤ ਰੱਖਦੇ ਸਨ। ਹੁਣ ਸੋਚ ਕੇ ਵੇਖੋ, ਤੁਹਾਡਾ ਵਿਰਾਸਤ ਇੰਨਾ ਮਹਾਨ ਹੋਵੇ, ਤੁਹਾਡਾ ਵਿਰਸਾ ਇੰਨਾ ਕਮਾਲ ਦਾ ਹੋਵੇ, ਫਿਰ ਵੀ ਅਸੀਂ ਕਿਸੇ ਕਰਮਕਾਂਡ ਦੇ ਵਿੱਚ ਕਿਸੇ ਐਸੇ ਤਿਉਹਾਰ ਨਾਲ ਸਾਡਾ ਜਿਹੜਾ ਲਿੰਕ ਬਣ ਜਾਣਾ, ਇਹ ਬੜੀ ਸ਼ਰਮਨਾਕ ਹੈਗੀ ਹੈ। ਰਕਸ਼ਾ ਬੰਨ੍ਹਣ ਨਾਂ ਦੇ ਅਸੀਂ ਪਤਾ ਨਹੀਂ ਕਿੰਨਾ ਕੁ ਕਰਮਕਾਂਡ ਕਰ ਜਾਂਦੇ ਹਾਂ, ਵੀ ਸਵੇਰ ਤੋਂ ਭੈਣ ਭੁੱਖੀ ਰਹਿੰਦੀ ਹੈ ਜੀ, ਉਹ ਭਰਾ ਵਾਸਤੇ ਉਪਵਾਸ ਕਰਦੀ ਹੈ, ਪਤਾ ਨਹੀਂ ਇੱਦਾਂ ਦੇ ਕਿਹੜੇ ਕਰਮਕਾਂਡ ਜਿਹੜੇ ਨੇ ਸਾਡੇ ਵਿੱਚ ਹੁੰਦੇ ਨੇ। ਹੁਣ ਤੁਸੀਂ ਵੇਖੋ, ਜੇ ਕਰਨਾ ਹੀ ਹੈ ਭੈਣ ਵਾਸਤੇ, ਜੇ ਤੁਸੀਂ ਮਨ ਦੇ ਵਿੱਚ ਵਿਚਾਰ ਬਣਾਇਆ ਹੋਇਆ ਹੈ ਤੇ ਇੰਨਾ ਕਰੋ, ਭੈਣ ਨਾਲ ਗੱਲ ਕਰੋ, ਭੈਣ ਨੂੰ ਪੁੱਛੋ ਮੇਰੀ ਸਤਿਕਾਰਯੋਗ ਭੈਣੇ ਤੈਨੂੰ ਕੋਈ ਪ੍ਰੋਬਲਮ ਤੇ ਨਹੀਂ ਹੈਗੀ, ਤੇਰੇ ਬਿਜ਼ਨਸ ਦੇ ਵਿੱਚ ਤੈਨੂੰ ਕੋਈ ਦਿੱਕਤ ਤੇ ਨਹੀਂ ਹੈਗੀ, ਸਾਡੇ ਸਤਿਕਾਰਯੋਗ ਭਾਈਆ ਜੀ ਕੰਮ ਠੀਕ ਚੱਲ ਰਿਹਾ ਉਹਨਾਂ ਦਾ, ਜੇ ਤੂੰ ਕਰਨਾ ਹੀ ਹੈ ਤੇ ਮੇਰੀ ਸਤਿਕਾਰਯੋਗ ਭੈਣ ਵਾਸਤੇ ਰੋਜ਼ ਐਸਾ ਕੰਮ ਕਰ ਕਿ ਤੇਰੀ ਭੈਣ ਮੰਨ ਲਓ ਖਪਰਾਂ ਦੇ ਘਰ ਦੇ ਵਿੱਚ ਰਹਿ ਰਹੀ ਹੈ, ਉਹਦੇ ਘਰ ਨੂੰ ਤੂੰ ਪੱਕਾ ਬਣਾਉਣ ਵਾਸਤੇ ਸੋਚ ਵੀ ਉਹਦਾ ਘਰ ਮੈਂ ਪੱਕਾ ਬਣਾ ਦੇਣਾ, ਉਹਦਾ ਘਰ ਦੇ ਵਿੱਚ ਲੈਂਟਰ ਪਾ ਦੇਣੇ ਨੇ, ਲੋਕ ਤੇਰੀ ਸਾਰੀ ਜ਼ਿੰਦਗੀ ਕਹਿਣਗੇ ਵੀ ਸੱਚੀ ਗੱਲ ਹੈ, ਇਹਨਾਂ ਭੈਣਾਂ ਭਰਾਵਾਂ ਦਾ ਪਿਆਰ ਮੈਂ ਜ਼ਿੰਦਗੀ ਦੇ ਵਿੱਚ ਵੇਖਿਆ ਨਹੀਂ, ਇਦਾਂ ਦੀ ਮਿਸਾਲ ਲੋਕ ਦੇਣ। ਪਿਆਰ ਵੇਖਣਾ ਹੈ ਤੇ ਬੇਬੀ ਨਾਨਕੀ ਤੇ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਵੇਖੋ। ਗੁਰੂ ਨਾਨਕ ਸਾਹਿਬ ਜਦੋਂ ਪ੍ਰਚਾਰ ਫੇਰੀਆਂ ਤੇ ਜਾਂਦੇ ਸਨ, 5-5 6-6 ਸਾਲਾਂ 7-7 ਸਾਲਾਂ ਬਾਅਦ ਬੇਬੇ ਨਾਨਕੀ ਨੂੰ ਆ ਕੇ ਮਿਲਦੇ ਸਨ,
ਤੇ ਫਿਰ ਇਹ ਪ੍ਰਚਾਰੀਆਂ ਕਿੱਦਾਂ ਗੱਲਾਂ ਗਈਆਂ ਕਿ ਜਿਹੜਾ ਬੇਬੇ ਨਾਨਕੀ ਨੂੰ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਕੋਲ ਜਾ ਕੇ ਰੱਖੜੀ ਬਣਾਉਂਦੇ ਸਨ ਤੇ 5-5 ਸਾਲ 6-6 ਸਾਲ ਦੀਆਂ ਉਦਾਸੀਆਂ ਰਹਿੰਦੀਆਂ ਸਨ। ਗੁਰੂ ਨਾਨਕ ਸਾਹਿਬ 4 ਉਦਾਸੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਨੇ, 4 ਉਦਾਸੀਆਂ, ਔਰ 4 ਉਦਾਸੀਆਂ ਜਿਹੜੀਆਂ ਨੇ 4 ਸਾਲ 5 ਸਾਲ ਦੇ ਗੈਪ ਦੇ ਵਿੱਚ ਪਰਿਵਾਰ ਨਾਲ ਮਿਲਦੇ ਨਹੀਂ ਸਨ। ਆਗੇ ਬੇਬੇ ਨਾਨਕੀ ਨੂੰ 5-5 ਸਾਲ 6-6 ਸਾਲ ਬਾਅਦ ਬਾਬਾ ਗੁਰੂ ਨਾਨਕ ਸਾਹਿਬ ਮਿਲਦੇ ਸਨ। ਤੇ ਕਿਹੜਾ ਐਸਾ ਸ਼ੋਸ਼ਾ ਛੱਡ ਦਿੱਤਾ ਗਿਆ ਸਾਡੇ ਸਮਾਜ ਦੇ ਵਿੱਚ ਕਿ ਵੀ ਜਿਹੜੀ ਹੈ ਰੱਖੜੀ ਜਿਹੜੀ ਹੈ ਉਹ ਭੈਣ ਭਰਾ ਨੂੰ ਬੰਨੇਗੀ ਤੇ ਇਹਦੇ ਨਾਲ ਜਿਹੜਾ ਆਪਸੀ ਪਿਆਰ ਸਾਡਾ ਭੈਣਾਂ ਭਰਾਵਾਂ ਦਾ ਉਤਪੰਨ ਹੋਵੇਗਾ। ਤੇ ਭੈਣਾਂ ਭਰਾਵਾਂ ਦਾ ਪਿਆਰ ਜਿਹੜਾ ਵੇ ਸਤਿਕਾਰਯੋਗ ਵੀਰੋ, ਸਤਿਕਾਰਯੋਗ ਮੇਰੀਆਂ ਭੈਣੋ, ਜੇ ਕਰਨਾ ਹੀ ਹੈ ਕੁਝ ਤੇ ਆਪਣੇ ਵੀਰਾਂ ਨੂੰ ਸ਼੍ਰੀ ਸਾਹਿਬ ਲੈ ਕੇ ਦਿਓ, ਆਪ ਸ਼੍ਰੀ ਸਾਹਿਬ ਬਣੋ, ਅੰਮ੍ਰਿਤਧਾਰੀ ਹੋਵੋ। ਕਦੀ ਵੀ ਵੱਡੇ ਵੱਡੇ ਅਫਸਰਾਂ ਨੂੰ ਤੁਸੀਂ ਵੇਖ ਲਓ, ਅਫਸਰ ਹੋਵੇ ਮੇਰੀ ਸਤਿਕਾਰਯੋਗ ਭੈਣ, ਉਹ ਜਾ ਕੇ ਕਿਸੇ ਕੋਲ ਮਦਦ ਮੰਗੇ, ਚੰਗਾ ਨਹੀਂ ਲੱਗਦਾ ਹੈਗਾ। ਇਹ ਸੋਚ ਕੇ ਵਿਚਾਰ ਕੇ ਵੇਖੋ, ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੀ ਹੈ, ਪਰ ਬੇਬੇ ਨਾਨਕੀ ਦੇ ਨਾਂ ਦੇ ਵਿੱਚ ਇਹ ਗੱਲ ਕਹਿਣੀ ਵੀ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਨੂੰ ਰੱਖੜੀ ਬੰਨੀ ਹੈ, ਇਹ ਗੱਲ ਹਜਮ ਹੋਣ ਵਾਲੀ ਨਹੀਂ ਹੈਗੀ। ਇਤਿਹਾਸ ਆਪਣਾ ਵੇਖੋ, ਪਰਖੋ, ਸਮਝੋ। ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਤੇ ਗੱਲ ਵਿਚਾਰ ਕਹਿੰਦੀ ਹੈ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰਿਆ। ਐਸੇ ਰੀਤੀ ਰਿਵਾਜ ਨੂੰ ਅੱਗ ਲਾ ਦੇਣੀ ਚਾਹੀਦੀ ਹੈ ਜਿਹਦੇ ਨਾਲ ਪ੍ਰਮਾਤਮਾ ਨਾਰਾਜ਼ ਹੋ ਜਾਵੇ, ਜਿਹਦੇ ਨਾਲ ਮੇਰਾ ਰੱਬ ਜਿਹੜਾ ਏ ਉਹ ਮੇਰੇ ਤੋਂ ਦੂਰ ਹੋ ਜਾਵੇ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰਿਆ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪੰਡਤ ਨਾਲ, ਪੰਡਤ ਹਰਦਿਆਲ ਨਾਲ ਬੜੀ ਕਮਾਲ ਦੀ ਵਿਚਾਰ ਚਰਚਾ ਗੋਸ਼ਟੀ ਗੁਰੂ ਨਾਨਕ ਸਾਹਿਬ ਦੀ ਹੋ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਕਹਿੰਦੇ, ਦਇਆ ਕਪਾ ਸੰਤੋਖ ਸੂਤ, ਤੇਰੇ ਇਸ ਜਨੂ ਦੇ ਵਿੱਚ ਸੰਤੋਖ ਨਾਂ ਦੀ ਚੀਜ਼ ਹੈ, ਦਇਆ ਨਾਂ ਦੀ ਚੀਜ਼ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਤ, ਇਹਦੇ ਵਿੱਚ ਜਤ ਨਾਂ ਦਾ ਕੋਈ ਚੀਜ਼ ਹੈਗੀ ਹੈ। ਜਤ ਗੰਢੀ ਸੱਤ ਵਟ ਇਹ ਜਨੂ ਜੀ ਕਾ, ਹਿਰਦੇ ਵਿੱਚ ਹਮੇਸ਼ਾ ਵਾਸਤੇ ਵਸਣ ਵਾਲਾ ਇਹ ਜਨੂ ਤੇਰੇ ਕੋਲ ਹੈ। ਪੰਡਤ ਜੀ ਜੇ ਹੈ ਤੇ ਬੇਸ਼ੱਕ ਮੇਰੀ ਗੱਲ ਦੇ ਵਿੱਚ ਪਾ ਦੇ। ਜਤ ਗੰਢੀ ਸੱਤ ਵਟ ਇਹ ਜਨੂ ਜੀ ਕਾ, ਹਈ ਤਾਂ ਭਾਂਡੇ ਘੱਟ ਦੇ ਮੇਰੇ ਸਾਹਮਣੇ ਤੇ ਮੇਰੇ ਗਲੇ ਦੇ ਵਿੱਚ ਪਾ ਦੇ। ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਨਾ ਇਹ ਕਦੀ ਟੁੱਟਦਾ ਹੈ, ਨਾ ਇਹ ਕਦੀ ਜਲਦਾ ਹੈ। ਐਦਾਂ ਦਾ ਜਨੂ ਤੇਰੇ ਕੋਲ ਹੈ। ਨਾ ਇਹ ਟੁੱਟੇ ਨਾ ਮਨ ਲੱਗੇ, ਯਾਨੀ ਮੈਲ ਨਹੀਂ ਲੱਗਦੀ, ਐਸੇ ਜਨੂ ਤੇਰੇ ਕੋਲ ਹੈ। ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਧਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਹਿੰਦੇ ਵੀ ਧਨ ਨੇ ਐਸੇ ਲੋਕ ਜਿਨ੍ਹਾਂ ਨੇ ਇਦਾਂ ਦਾ ਜਨੂ ਆਪਣੇ ਗਲ ਦੇ ਵਿੱਚ ਪਾਇਆ। ਕਿਹੜਾ ਭਲਾ? ਧਰਮ ਦਾ ਨਾਂ ਦਾ ਜਨੂ, ਜਿਹੜਾ ਕਦੀ ਟੁੱਟਦਾ ਨਹੀਂ, ਜਿਹੜਾ ਮੈਲ ਰਹਿਤ ਹੈ, ਜਿਹਦੇ ਦੇ ਵਿੱਚ ਕਦੀ ਮੈਲ ਨਹੀਂ ਲੱਗਦੀ, ਜਿਹੜਾ ਅੱਗ ਨਾਲ ਕਦੀ ਸਾੜਿਆ ਨਹੀਂ ਸੜਦਾ, ਐਸਾ ਜਨੂ ਧਨ ਨੇ ਉਹ ਲੋਕ ਜਿਨ੍ਹਾਂ ਨੇ ਆਪਣੇ ਗਲਾਂ ਦੇ ਵਿੱਚ ਪਾਏ ਹੋਏ ਨੇ। ਧਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਚੌਂਕਣ ਮੁੱਲ ਅਣਾਇਆ ਬਹਿ ਚੌਂਕੇ ਪਾਇਆ। ਕੌਡੀਆਂ ਦਾ ਉਹ ਧਾਗਾ ਲੈ ਕੇ, ਕੌਡੀ ਦਾ ਤੂੰ ਗਲਾਂ ਦੇ ਵਿੱਚ, ਮਹਾਜਨ ਦੇ ਗਲ ਦੇ ਵਿੱਚ ਪਾ ਕੇ ਕਹਿਣਾ ਵੀ ਇਹਦੇ ਨਾਲ ਤੂੰ ਮਹਾਨ ਬਣੇਗਾ। 4 ਕੌਡੀਆਂ ਇਕੱਠੀਆਂ ਕਰਕੇ ਤੂੰ ਮਹਾਜਨ ਕੋ, ਜਜਮਾਨ ਕੋਲ ਜਾ ਕੇ ਪੈਸੇ ਮੰਗ ਕੇ ਉਹ ਜਨੂ ਤਿਆਰ ਕਰਦਾ ਹੈ। ਚੌਂਕਣ ਮੁੱਲ ਅਣਾਇਆ ਬਹਿ ਚੌਂਕੇ ਪਾਇਆ। ਚੌਂਕੇ ਦੇ ਵਿੱਚ ਬਹਿ ਕੇ, ਯਾਨੀ ਬਰਾਂਡੇ ਦੇ ਵਿੱਚ ਬਹਿ ਕੇ ਤੂੰ ਇਹ ਜਨੂ ਦੇ ਮੰਤਰ ਪੜ੍ਹ ਕੇ ਗਲਾਂ ਦੇ ਵਿੱਚ ਪਾ ਦੇਣਾ। ਚੌਂਕਣ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਫਿਰ ਸਿੱਖਾਂ ਦੇ ਕੰਨ ਦੇ ਵਿੱਚ ਇਹ ਗੱਲ ਤੂੰ ਪਾਉਣਾ ਹੈ। ਜਦੋਂ ਤੂੰ ਜਨੂ ਦੀ ਰਸਮ ਅਦਾ ਕਰਦਾ ਹੈ, ਤੂੰ ਕੰਨ ਦੇ ਵਿੱਚ ਇੱਕ ਗੱਲ ਪਾਉਣਾ ਹੈ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ, ਵੀ ਅੱਜ ਤੋਂ ਬਾਅਦ ਗੁਰੂ ਤੇਰਾ ਬ੍ਰਾਹਮਣ ਹੈ। ਪਰ ਗੁਰੂ ਦੀ ਬਾਣੀ ਕਹਿੰਦੀ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਰੱਬ ਤੇ ਉਹ ਅਕਾਲ ਪੁਰਖ ਹੈ। ਚੌਂਕਣ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ, ਸਿੱਖਿਆ ਦਿੱਤੀ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਉਹ ਮੂੰਹਾਂ ਉਹ ਝੜ ਪਿਆ ਵੇ ਤੱਗਾ ਗਿਆ। ਉਹ ਬੰਦਾ ਆਤਮਕ ਮੌਤ, ਜਿਹੜੀ ਆਤਮਕ ਮੌਤ ਜਿਹੜੀ ਨਹੀਂ ਪਾਉਣ ਵਾਲੀ ਸੀ, ਜਿਹੜੀ ਉਹਨੂੰ ਮੌਤ ਨਹੀਂ ਆਉਣ ਵਾਲੀ ਸੀ, ਤੂੰ ਉਹ ਜਨੂ ਪਾ ਕੇ ਉਹਨੂੰ ਆਤਮਕ ਮੌਤ ਮਾਰ ਦਿੱਤਾ, ਉਹਨੂੰ ਹਮੇਸ਼ਾ ਵਾਸਤੇ ਖਤਮ ਕਰ ਦਿੱਤਾ। ਚੌਂਕਣ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਉਹ ਮੂੰਹਾਂ ਉਹ ਝੜ ਪਿਆ ਵੇ ਤੱਗਾ ਗਿਆ। ਤੇਰਾ ਉਹ ਕੌਡੀ ਦਾ ਜਨੂ ਜਦੋਂ ਤੂੰ ਉਹਦੇ ਸਰੀਰ ਨੂੰ ਅੱਗ ਲਾਉਣਾ ਹੈ, ਉਹ ਝੜ ਕੇ ਉਸੇ ਰਾਖ ਦੇ ਵਿੱਚ ਢੇਰੀ ਹੋ ਜਾਂਦਾ। ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਉਹ ਮੂੰਹਾਂ, ਮਰ ਗਿਆ ਉਹ ਬੰਦਾ,
ਨਾਲ ਉਹਦਾ ਜਨੇਊ ਵੀ ਸੜ ਗਿਆ ਜਿਹੜਾ ਤੂੰ ਕੌਡੀਆਂ ਦੇ ਵਿੱਚ ਖਰੀਦ ਕੇ ਉਹਦੇ ਗਲ ਦੇ ਵਿੱਚ ਪਾਇਆ ਸੀ। ਉਹ ਮੂੰਹਾਂ ਉਹ ਝੜ ਪਿਆ, ਵੇ ਤੱਗਾ ਗਿਆ। ਬਿਨਾਂ ਧਾਗੇ ਤੋਂ, ਬਿਨਾਂ ਜਨੇਊ ਤੋਂ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਲਾ ਜਨੇਊ ਉਹ ਜ਼ਿੰਦਗੀ ਦੇ ਵਿੱਚ ਪਾ ਨਹੀਂ ਸਕਿਆ। ਉਹ ਮੂੰਹਾਂ ਉਹ ਝੜ ਪਿਆ, ਵੇ ਤੱਗਾ ਗਿਆ, ਬਿਨਾਂ ਜਨੇਊ ਤੋਂ ਇਸ ਸੰਸਾਰ ਦੇ ਵਿੱਚ ਚਲਾ ਗਿਆ। ਸੋ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਸਾਨੂੰ ਦਿੱਤੀ ਹੈ, ਸਾਨੂੰ ਜਿਹੜੀ ਸੋਚ ਦਿੱਤੀ ਹੈ, ਉਹ ਆਜ਼ਾਦੀ ਵਾਲਾ ਸਾਡੀ ਸੋਚ ਸੀ। ਉਸ ਆਜ਼ਾਦੀ ਨਾਲ ਸਾਨੂੰ ਜ਼ਿੰਦਗੀ ਜਿਹੜੀ ਹੈ ਜੀਣੀ ਆਣੀ ਚਾਹੀਦੀ ਸੀ, ਪਰ ਅਸੀਂ ਅੱਜ ਗੁਲਾਮ ਬਣ ਕੇ ਬਹਿ ਗਏ ਹਾਂ। ਅੱਜ ਗਲਤੀ ਇੱਥੇ ਵੀ ਨਹੀਂ ਹੈ। ਅੱਜ ਵੇਖੋ, ਤੁਸੀਂ ਸੋਚ ਕੇ ਵਿਚਾਰ ਕੇ ਵੇਖੋ, ਇੱਕ ਪਾਸੇ ਅੱਜ ਸਾਡਾ ਸਮਾਜ ਕਹਿੰਦਾ ਜੀ ਜਿਨ੍ਹਾਂ ਘਰ ਪੁੱਤਰ ਨੇ ਉਹ ਤੇ ਰਾਜ ਝੂਲਦੇ ਨੇ, ਤੇ ਜਿਨ੍ਹਾਂ ਘਰ ਧੀਆਂ ਨੇ ਉਹ ਪਤਾ ਨਹੀਂ ਸਿਰ ਤੇ ਹੱਥ ਮਾਰ ਕੇ ਬਹਿ ਜਾਂਦੇ। ਇੱਕ ਪਾਸੇ ਧੀਆਂ ਨੂੰ ਜਿਹੜਾ ਹੈ ਉਹ ਗਲਤ ਮੰਨਦੇ ਨੇ, ਤੇ ਦੂਜੇ ਪਾਸੇ ਜਦੋਂ ਰਕਸ਼ਾ ਬੰਧਨ ਹੁੰਦਾ ਹੈ ਜਾਂ ਜਦੋਂ ਤਿਉਹਾਰ ਇਹ ਆਉਂਦਾ ਹੈ, ਫਿਰ ਕਹਿੰਦੇ ਨੇ ਜੇ ਘਰ ਦੇ ਵਿੱਚ ਇੱਕ ਧੀ ਤੇ ਹੋਣੀ ਚਾਹੀਦੀ ਜਿਹੜੀ ਭਰਾ ਨੂੰ ਗੁੱਠ ਨਾਲ ਰੱਖੜੀ ਬੰਨ੍ਹ ਸਕੇ। ਤੇ ਸੋਚ ਕੇ ਵੇਖੋ ਅੱਜ ਸਾਡਾ ਸਮਾਜ ਕਿਤੇ ਖਲੋਤਾ ਆ। ਇੱਕ ਪਾਸੇ ਅੱਜ ਜਦੋਂ ਕਿਸੇ ਦੇ ਘਰ ਦੇ ਵਿੱਚ ਇੱਕ ਧੀ ਜਨਮ ਲੈਂਦੀ ਹੈ, ਦੁਬਾਰਾ ਫਿਰ ਧੀ ਦਾ ਪਤਾ ਲੱਗਦਾ ਵੀ ਘਰ ਦੇ ਵਿੱਚ ਫਿਰ ਧੀ ਆਉਣ ਲੱਗੀ ਹੈ, ਪੈਸੇ ਦੇ ਕੇ ਡਾਕਟਰ ਨੂੰ ਉਹ ਧੀ ਨੂੰ ਮਰਾਉਣ ਵਾਸਤੇ ਵੀ ਪਿੱਛੇ ਨਹੀਂ ਹਟਦਾ ਸਾਡਾ ਸਮਾਜ। ਤੇ ਅਸੀਂ ਕਹਿੰਦੇ ਜੀ ਅਸੀਂ ਆਪਣੇ ਬੱਚਿਆਂ ਨਾਲ ਬੜਾ ਪਿਆਰ ਕਰਦੇ ਹਾਂ। ਅੱਜ ਭੈਣਾਂ ਭਰਾ ਦਾ ਪਿਆਰ ਬੜਾ ਹੈ, ਤੇ ਇੱਕ ਧੀ ਜਿਹੜੀ ਅਸੀਂ ਮਾਰੀ, ਇੱਕ ਧੀ ਕੋ ਰੱਖੜੀ ਬਣਾ ਰਹੇ ਹਾਂ, ਤੇ ਜਿਹੜੀ ਮਾਰੀ ਕੁੱਖ ਦੇ ਵਿੱਚ, ਇਹਦਾ ਜਵਾਬ ਕੌਣ ਦੇਵੇਗਾ? ਗੁਰੂ ਨਾਨਕ ਦੇ ਘਰ ਨੇ ਤੇ ਕਿਹਾ ਸੀ ਸੋ ਕੋ ਮੰਦਾ ਆਖੀਐ ਜਿਤ ਜੰਮੇ ਰਾਜਾਨ। ਗੁਰੂ ਨਾਨਕ ਸਾਹਿਬ ਨੇ ਤੇ ਇਹ ਗੱਲ ਡੰਕੇ ਦੀ ਚੋਟ ਤੇ ਕਹੀ ਸੀ ਕਿ ਜਿਹਨਾਂ ਦੇ ਘਰ ਦੇ ਵਿੱਚ ਧੀਆਂ ਨੇ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਦੀ ਤੁਸੀਂ ਵੇਖੋ ਇਤਿਹਾਸ ਦਾ ਪੱਖ ਸੋਚ ਕੇ ਸਮਝਣ ਦੀ ਵਿਚਾਰਨ ਨੂੰ ਯਤਨ ਕਰੋ ਕਿ ਗੁਰੂ ਨਾਨਕ ਦਾ ਘਰ ਇੰਨਾ ਆਜ਼ਾਦੀ ਵਾਲਾ ਸੀ। ਬੇਬੇ ਨਾਨਕੀ ਇੱਕ ਲੌਤੀ ਭੈਣ ਸੀ ਗੁਰੂ ਨਾਨਕ ਸਾਹਿਬ ਦੀ। ਇਤਿਹਾਸ ਨੂੰ ਕਦੀ ਵਾਚਣ ਦਾ ਯਤਨ ਕਰਾਂਗੇ ਤਾਂ ਸਾਨੂੰ ਸਮਝ ਲੱਗੇਗੀ, ਨਹੀਂ ਤੇ ਸਮਝ ਨਹੀਂ ਲੱਗਣੀ। ਗੁਰੂ ਨਾਨਕ ਸਾਹਿਬ ਦੀ ਇੱਕ ਲੌਤੀ ਭੈਣ ਸੀ ਬੇਬੇ ਨਾਨਕੀ। ਬੇਬੇ ਨਾਨਕੀ ਦੇ ਘਰ ਨਾ ਤੇ ਪੁੱਤਰ ਸੀ ਤੇ ਨਾ ਧੀ ਸੀ, ਬੇ ਔਲਾਦ ਰਹੀ ਬੇਬੇ ਨਾਨਕੀ। ਪਰ ਅੱਜ ਪੂਰੀ ਦੁਨੀਆ ਦੇ ਵਿੱਚ ਬੇਬੇ ਨਾਨਕੀ ਦਾ ਨਾਮ ਹੈ, ਬਿਨਾਂ ਧੀ ਤੋਂ ਬਿਨਾਂ ਪੁੱਤਰ ਤੋਂ। ਸੋਚ ਕੇ ਵੇਖੋ। ਪਰ ਅੱਜ ਸਾਡਾ ਸਮਾਜ ਇੱਕ ਪਾਸੇ ਖਲੋਤਾ ਹੁੰਦਾ ਹੈ ਜੀ ਨਹੀਂ ਜੀ ਇੱਕ ਧੀ ਤੇ ਹੋਣੀ ਚਾਹੀਦੀ ਹੈ, ਇੱਕ ਭਰਾ ਵੀ ਹੋਣਾ ਚਾਹੀਦਾ ਹੈ। ਜੇ ਭਰਾ ਨਾ ਹੋਇਆ ਤੇ ਧੀ ਰੱਖੜੀ ਕਿਹਨੂੰ ਬਣੇਗੀ? ਜੇ ਧੀ ਨਾ ਹੋਈ ਇੱਕ ਤੇ ਭਰਾ ਰੱਖੜੀ ਕਿਹਦੇ ਕੋ ਬਣਾਏਗਾ? ਇਦਾਂ ਦੀ ਮਾਨਸਿਕਤਾ ਸਾਡੀ ਸੋਚੋ ਕਿੱਥੇ ਗਈ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦੇ ਸਨ। ਇੱਕ ਵੀ ਉਹਨਾਂ ਦੇ ਘਰ ਬੱਚੀ ਨਹੀਂ ਸੀ, ਉਹਨਾਂ ਦੇ ਘਰ ਧੀ ਨਹੀਂ ਸੀਗੀ। ਪਰ 4 ਸਾਹਿਬਜ਼ਾਦਿਆਂ ਨੇ ਕਦੀ ਮਨ ਦੇ ਵਿੱਚ ਇਹ ਫੁਰਨਾ ਨਹੀਂ ਰੱਖੀ ਹੋਣੀ ਪਿਤਾ ਜੀ ਅਸੀਂ ਆਪਣੀ ਭੈਣ ਨੂੰ ਰੱਖੜੀ ਬਣਵਾਣੀ ਆਪਣੀ ਭੈਣ ਕੋਲ, ਕਾਸ਼ ਸਾਡੀ ਵੀ ਕੋਈ ਭੈਣ ਹੁੰਦੀ। ਜਿੱਥੇ ਜੰਗੇ ਮੈਦਾਨ ਦੇ ਵਿੱਚ ਸਾਡੇ ਸਾਹਿਬਜ਼ਾਦੇ, ਸਾਡੇ ਮਰਜੀਵੜੇ ਸਿੱਖ ਉਤਰੇ ਨੇ, ਉੱਥੇ ਮਾਈ ਭਾਗੋ ਵਰਗੀ ਵੀ ਸਿੱਖ ਜਿਹੜੀ ਹੈ ਉਹ ਵੀ ਉਤਰੀ ਹੈ, ਤੇ ਉਹਨੇ ਵੀ ਸ਼ਸਤਰ ਚਲਾ ਕੇ ਇਹ ਸਾਬਤ ਕੀਤਾ ਹੈ ਕਿ ਔਰਤ ਤੇ ਮਰਦ ਦੇ ਵਿੱਚ ਕੋਈ ਫਰਕ ਨਹੀਂ। ਇਹ ਜਿਹੜਾ ਡਰ ਹੈ ਇਹ ਮਾਨਸਿਕਤਾ ਗੁਲਾਮ ਸਾਨੂੰ ਬਣਾਉਂਦਾ ਹੈ। ਜਦੋਂ ਸਾਡੇ ਮਨ ਦੇ ਅੰਦਰ ਇਹ ਡਰ ਮੁੱਕ ਗਿਆ, ਸਾਨੂੰ ਜ਼ਿੰਦਗੀ ਦੇ ਵਿੱਚ ਗੁਲਾਮ ਨਹੀਂ ਬਣਾ ਸਕੇਗਾ, ਜੋ ਮਰਜ਼ੀ ਕੋਸ਼ਿਸ਼ ਕਰ ਲਓ ਭਲਾ। ਇਸ ਕਰਕੇ ਸਾਨੂੰ ਇਸ ਚੀਜ਼ ਨੂੰ ਸਮਝਣਾ ਪੈਣਾ ਹੈ। ਆਜ਼ਾਦੀ ਵਾਲੀ ਇਹ ਬਾਪੂ ਨਾਨਕ ਦੀ ਗੋਦ ਨੂੰ ਜੇ ਆਪਾਂ ਛੱਡ ਗਏ, ਜੇ ਆਪਾਂ ਵਿਸਾਰ ਗਏ, ਤੇ ਯਾਦ ਰੱਖਿਓ ਆਉਣ ਵਾਲਾ ਸਮਾਂ ਸਾਡਾ ਐਸੇ ਹੋਵੇਗਾ, ਕਾਲੇ ਅੱਖਰਾਂ ਨਾਲ ਸਾਡਾ ਇਤਿਹਾਸ ਦੇ ਵਿੱਚ ਨਾਂ ਰੱਖਿਆ ਜਾਏਗਾ, ਨਾਂ ਲਿਖਿਆ ਜਾਏਗਾ। ਕਿਹਾ ਜਾਵੇਗਾ ਪਾਪੀਓ ਇੰਨਾ ਨੁਕਸਾਨ ਤੇ ਅਬਦਾਲੀ ਨੇ ਵੀ ਨਹੀਂ ਕੀਤਾ ਜਿੰਨਾ ਤੁਸੀਂ ਆਪਣੀ ਕੌਮ ਦਾ ਖੁਦ ਕਰ ਦਿੱਤਾ। ਇਤਿਹਾਸ ਦੇ ਉਹਨਾਂ ਮਰਜੀਵੜਿਆਂ ਨੂੰ ਕਦੀ ਇੱਕ ਵਾਰ ਪੜ੍ਹ ਕੇ ਤੁਸੀਂ ਕੋਸ਼ਿਸ਼ ਕਰੋ, ਯਤਨ ਕਰੋ ਕਿ ਸਾਡਾ ਇਤਿਹਾਸ, ਸਾਡਾ ਵਿਰਸਾ ਕਿੰਨਾ ਅਮੀਰ ਸੀ, ਪਰ ਅਸੀਂ ਗੁਲਾਮ ਬਣ ਕੇ ਬਹਿ ਗਏ। ਇਹ ਖਜ਼ਾਨਾ ਸੀ ਗੁਰੂ ਦਾ ਦਿੱਤਾ ਹੋਇਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਦਾਂ ਦੀ ਵਿਚਾਰ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੋਵੇ, ਫਿਰ ਅਸੀਂ ਕਿਤੇ ਨਾ ਕਿਤੇ ਗੁਲਾਮੀ ਦੀ ਜ਼ਿੰਦਗੀ ਜੀਵੀਏ, ਇਹ ਸ਼ੋਭਦਾ ਨਹੀਂ। ਇਸ ਕਰਕੇ ਸਾਨੂੰ ਜਾਗਣਾ ਪੈਣਾ, ਸਾਨੂੰ ਸਮਝਣਾ ਪੈਣਾ ਕਿ ਗੁਰੂ ਨਾਨਕ ਸਾਹਿਬ ਨੇ ਕਦੀ ਵੀ ਬੇਬੇ ਨਾਨਕੀ ਕੋਲ ਰੱਖੜੀ ਨਹੀਂ ਸੀ ਬਣਾਈ। ਇਹ ਇੱਕ ਬ੍ਰਾਹਮਣੀ ਸੋਚ ਸੀ, ਇੱਕ ਵਿਚਾਰ ਸੀ ਜਿਹੜੀ ਸਾਡੇ ਮੱਥੇ ਮੜੀ ਗਈ ਹੈ। ਇਸ ਤੋਂ ਸਾਨੂੰ ਬਚਣ ਦੀ ਲੋੜ ਹੈ। ਇੱਕ ਬੇਨਤੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਵਾਂ ਕਿ ਜਿਹੜੀਆਂ ਤਸਵੀਰਾਂ ਅੱਜ ਬਣਾਈਆਂ ਗਈਆਂ ਨੇ, ਸਾਡਾ ਗੁਰੂ ਨਾਨਕ ਤਸਵੀਰਾਂ ਵਿੱਚ ਨਹੀਂ, ਸਾਡਾ ਗੁਰੂ ਨਾਨਕ ਤੇ ਸਾਡੀ ਵਿਚਾਰ, ਸਾਡੇ ਸ਼ਬਦ ਦੇ ਵਿਚਾਰ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਲਿਖੇ ਨੇ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਵਿਰਾਜਮਾਨ ਬੈਠਾ ਹੈ। ਸਾਡੇ ਅੰਦਰ ਗੁਰੂ ਨਾਨਕ ਸਾਹਿਬ ਬੈਠਾ ਹੈ। ਸਾਨੂੰ ਬਾਹਰ ਲੱਭਣ ਦੇ ਵਿੱਚ ਨਹੀਂ ਜਾਣਾ ਚਾਹੀਦਾ।
ਅਸੀਂ ਬਾਹਰ ਤਸਵੀਰਾਂ ਵਿੱਚ ਗੁਰੂ ਨਾਨਕ, ਅਫਸੋਸ ਇਸੇ ਚੀਜ਼ ਦਾ ਹੈ ਅੱਜ ਤਸਵੀਰ ਪੂਜਕ ਬਣਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਇਹ ਕਲੰਕ ਲਾਇਆ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਵੀ ਬੇਬੇ ਨਾਨਕੀ ਕੋਲ ਰੱਖੜੀ ਬਣਾਈ, ਕਿਉਂਕਿ ਇਦਾਂ ਦੀਆਂ ਤਸਵੀਰਾਂ ਉਹਨਾਂ ਨੇ ਕੱਢ ਦਿੱਤੀਆਂ, ਇਦਾਂ ਦੀਆਂ ਉਹਨਾਂ ਨੇ ਤਸਵੀਰਾਂ ਬਣ ਕੇ ਮਾਰਕੀਟ ਦੇ ਵਿੱਚ ਭੇਜੀਆਂ। ਸਿੱਖ ਜਿਹੜੇ ਨੇ ਉਹ ਅਣਜਾਣ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਤੋਂ ਬਾਅਦ ਵੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨੇੜੇ ਹੋ ਕੇ ਪੜ੍ਹਨ ਤੋਂ ਬਾਅਦ ਵੀ ਅਸੀਂ ਅਵੇਸਲੇ ਹੋ ਗਏ। ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਤੇ ਸਾਨੂੰ ਆਜ਼ਾਦ ਬਣਾਉਂਦੀ ਹੈ, ਗੁਲਾਮ ਤੇ ਬਣਾਉਂਦੀ ਨਹੀਂ। ਤੁਸੀਂ ਜੇ ਕਰਨਾ ਹੀ ਹੈ ਤੇ ਆਪਣੀ ਭੈਣ ਨੂੰ ਸ੍ਰੀ ਸਾਹਿਬ ਦੇਵੋ, ਭੈਣ ਤੁਹਾਨੂੰ ਸਰਬ ਲੋਹ ਦਾ ਕੜਾ ਦੇਵੇ। ਮੇਰੇ ਸਤਿਕਾਰਯੋਗ ਵੀਰ ਅੱਲਾ ਕੜਾ ਪਾ, ਤੇ ਸਤਿਕਾਰਯੋਗ ਵੀਰ ਆਪਣੀ ਭੈਣ ਨੂੰ ਕਿਰਪਾਨ ਦੇ, ਆ ਫੜ ਮੇਰੀ ਸਤਿਕਾਰਯੋਗ ਭੈਣੇ, ਜਿਵੇਂ ਮਾਈ ਭਾਗੋ ਜੰਗੇ ਮੈਦਾਨ ਦੇ ਵਿੱਚ ਉਤਰੀ ਸੀ, ਕੱਲ ਨੂੰ ਤੇਰੇ ਤੇ ਬਿਪਤਾ ਪੈ ਗਈ, ਤੂੰ ਵੀ ਪਿੱਛੇ ਨਾ ਹਟੀ। ਇਸ ਸ੍ਰੀ ਸਾਹਿਬ ਨੇ ਤੇਰੀ ਮਦਦ ਕਰਨੀ ਹੈ, ਇਸ ਸ੍ਰੀ ਸਾਹਿਬ ਨਾਲ ਤੂੰ ਦੁਸ਼ਮਣਾਂ ਦਾ ਟਾਕਰਾ ਕਰ ਸਕਦੀ ਹੈ ਮੇਰੇ ਵਾਂਗੂ। ਜਦੋਂ ਇਹ ਸੋਚ ਸਾਡੇ ਅੰਦਰ ਆ ਗਈ ਨਾ ਸਾਧ ਸੰਗਤ, ਅਸੀਂ ਵਾਕਈ ਆਜ਼ਾਦੀ ਦਾ ਇਹ ਸਨੇਹ ਪ੍ਰਾਪਤ ਕਰ ਸਕਦੇ ਹਾਂ, ਅਸੀਂ ਗੁਲਾਮੀ ਦੀ ਇਨ ਜੰਜੀਰਾਂ ਤੋਂ ਟੁੱਟ ਸਕਦੇ ਹਾਂ। ਤੇ ਆਓ ਅਸੀਂ ਇਹ ਧਈਆ ਕਰੀਏ ਕਿ ਅੱਜ ਤੋਂ ਬਾਅਦ ਇਹ ਰੱਖੜੀ ਨਾਂ ਦਾ ਜਿਹੜਾ ਇਹ ਤਿਉਹਾਰ ਹੈ, ਜਿਹਦੇ ਨਾਲ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ, ਜਿਨ੍ਹਾਂ ਦਾ ਹੈ ਉਹਨਾਂ ਨੂੰ ਮੁਬਾਰਕ ਹੈ, ਲੱਖ ਵਾਰ ਮਨਾਉਣ, ਹਜ਼ਾਰ ਵਾਰ ਮਨਾਉਣ, ਪਰ ਸਿੱਖਾਂ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਆਜ਼ਾਦੀ ਵਾਲੀ ਗੋਦ ਬਾਪੂ ਨਾਨਕ ਦੀ ਵਿੱਚ ਆ ਕੇ ਬਹੁ, ਸਾਰੇ ਇਕੱਠੇ ਹੋ ਕੇ ਇਹ ਅਰਦਾਸ ਕਰੀਏ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਕਿਸੇ ਵੀ ਤਿਉਹਾਰ, ਕੱਚੇ ਪਿੱਲੇ ਜਿੰਨੇ ਵੀ ਤਿਉਹਾਰ ਨੇ, ਸਾਡਾ ਉਹਨਾਂ ਨਾਲ ਕੋਈ ਵਾਸਤਾ ਨਹੀਂ। ਸਾਡਾ ਵਾਸਤਾ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਹੈ। ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦਾ ਹੈ ਉਹ ਅਸੀਂ ਮੰਨਣਾ। ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸੋ ਬਹੁਤ ਬਹੁਤ ਧੰਨਵਾਦ ਸਮੂਹ ਸਾਧ ਸੰਗਤ ਦਾ। ਸੋ ਬੇਨਤੀ ਫਿਰ ਇੱਕ ਵਾਰੀ ਹੱਥ ਬਣ ਕੇ ਹੈ, ਇਹਨਾਂ ਕਰਮਾਂ ਕੰਨਾਂ ਤੋਂ, ਵਹਿਮਾਂ ਭਰਮਾਂ ਤੋਂ ਬਾਹਰ ਨਿਕਲੋ, ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਆਜ਼ਾਦੀ ਵਾਲਾ ਇਹ ਜਿਹੜਾ ਧਰਮ ਹੈ ਉਹਨੂੰ ਅਸੀਂ ਨਿਭਾ ਸਕੀਏ, ਉਹਨੂੰ ਸਮਝ ਸਕੀਏ, ਤਾਂ ਸਾਡਾ ਜੀਵਨ ਜਿਹੜਾ ਹੈ ਖੂਬਸੂਰਤ ਹੋ ਸਕੇ। ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀਆਂ ਖਿਮਾ। ਜਿਹੜੀ ਗੱਲ ਚੰਗੀ ਲੱਗੀ ਹੋਵੇ, ਮੇਰੀ ਨਹੀਂ ਗੁਰੂ ਦੀ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਜ਼ਰੂਰ ਕਰਨਾ। ਸੋ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।